ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਪਹਿਲੇ ਆਪਣਾ ਸਿਲੇਬਸ ਦੇਖ ਚੁੱਕੇ ਹੋ ਕਿ ਤੁਹਾਡਾ ਕੀ ਸਿਲੇਬਸ ਹੈ, ਅਤੇ ਅੱਜ ਅਸੀਂ ਆਪਣੀ ਪੰਜਾਬੀ ਪਾਠ ਪੁਸਤਕ ਸਾਹਿਤ ਮਾਲਾ ਦਾ ਪਹਿਲਾ ਪਾਠ ਸ਼ੁਰੂ ਕਰਨ ਜਾ ਰਹੇ ਹਾਂ। ਇਹ ਤੁਹਾਡੀ ਕਿਤਾਬ ਹੈ ਸਾਹਿਤ ਮਾਲਾ, ਅਤੇ ਇਹ ਤੁਹਾਡਾ ਸਿਲੇਬਸ ਹੈ ਇਸ ਕਿਤਾਬ ਦਾ, ਜਿਸ ਵਿੱਚ 5 ਕਵਿਤਾਵਾਂ ਹਨ ਅਤੇ 4 ਵਾਰਤਕ ਹਨ। ਇਸ ਤੋਂ ਬਾਅਦ ਤੁਹਾਡਾ ਪਹਿਲਾ ਪਾਠ ਹੈ ਜੋ ਇੱਕ ਕਵਿਤਾ ਹੈ ਸਮਾਂ, ਜੋ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ। ਭਾਈ ਵੀਰ ਸਿੰਘ ਦਾ ਜਨਮ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਜੀ ਅਤੇ ਉਹਨਾਂ ਦੇ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਮੈਟ੍ਰਿਕ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਅਤੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ 'ਤੇ ਆਏ। ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਇਹਨਾਂ ਨੇ ਕਵਿਤਾ, ਵਾਰਤਕ, ਨਾਵਲ, ਨਾਟਕ ਆਦਿ ਦੀ ਰਚਨਾ ਕਰਕੇ ਆਧੁਨਿਕ ਪੰਜਾਬੀ ਸਾਹਿਤ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਅਤੇ ਸੰਪਾਦਨ ਕਰਨ ਦਾ ਵੀ ਕੰਮ ਕੀਤਾ। ਭਾਈ ਵੀਰ ਸਿੰਘ ਦੀ ਕਵਿਤਾ ਵਿਚਾਰਵਾਦੀ ਕਵਿਤਾ ਹੈ ਅਤੇ ਗੁਰਬਾਣੀ ਤੋਂ ਪ੍ਰਭਾਵਿਤ ਹੈ। ਇਹਨਾਂ ਦੀਆਂ ਸਮੁੱਚੀਆਂ ਕਵਿਤਾਵਾਂ ਵਿੱਚ ਮਨੁੱਖੀ ਭਾਵਨਾ ਨੂੰ ਦੈਵੀ ਭਾਵਨਾ ਵਿੱਚ ਬਦਲਣ ਦਾ ਕਾਰਜ ਹੈ। ਇਹਨਾਂ ਨੇ ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਂ ਜੀਓ, ਕੰਬਦੀ ਕਲਾਈ, ਪ੍ਰੀਤ ਵੀਣਾ, ਕੰਤ ਮਹੇਲੀ, ਵਿਜੇ ਸਿੰਘ, ਸੁੰਦਰੀ, ਸਤਵੰਤ ਕੌਰ, ਸੁਭਾਗ ਜੀ ਦਾ ਸੁਧਾਰ ਹੱਥੀ, ਬਾਬਾ ਨੋਦ ਸਿੰਘ, ਰਾਜਾ ਲਖਦਾਤਾ ਸਿੰਘ, ਗੁਰੂ ਨਾਨਕ ਚਮਤਕਾਰ, ਸ਼੍ਰੀ ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ ਆਦਿ ਪੁਸਤਕਾਂ ਦੀ ਰਚਨਾ ਕੀਤੀ। ਅਤੇ ਇਹਨਾਂ ਨੂੰ ਮੇਰੇ ਸਾਈਂ ਜੀਓ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਪੁਰਸਕ੍ਰਿਤ ਕੀਤਾ ਗਿਆ। ਇਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਲਾਹੌਰ ਨੇ ਡੀ.ਲਿਟ ਅਨਾਰਥ ਡਿਗਰੀ ਨਾਲ ਸਨਮਾਨਿਤ ਕੀਤਾ। ਇਹ ਤਾਂ ਤੁਸੀਂ ਭਾਈ ਵੀਰ ਸਿੰਘ ਜੀ ਬਾਰੇ ਸੁਣਿਆ, ਅਤੇ ਹੁਣ ਅਸੀਂ ਉਹਨਾਂ ਦੀ ਪਹਿਲੀ ਕਵਿਤਾ ਜੋ ਹੈ ਸਮਾਂ, ਉਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ, ਅਟਕ ਜੇ ਪਾਈ ਪੰਨੀ, ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ। ਇਸ ਦੇ ਵਿੱਚ ਸਮੇਂ ਦੇ ਬਾਰੇ ਦੱਸਿਆ ਗਿਆ ਹੈ। ਸਭ ਤੋਂ ਪਹਿਲੇ ਰਹੀ ਵਾਸਤੇ ਘੱਤ। ਵਾਸਤੇ ਘੱਤ ਕੀ ਹੁੰਦਾ ਹੈ? ਤਰਲੇ ਪਾਣੇ। ਸਮੇਂ ਨੇ ਇੱਕ ਨਾ ਮੰਨੀ। ਇਹਨਾਂ ਕਾਵਿ ਸਤਰਾਂ ਵਿੱਚ ਕਵੀ ਇੱਕ ਇਸਤਰੀ ਰੂਪ ਦੇ ਵਿੱਚ ਬਿਆਨ ਕਰ ਰਿਹਾ ਹੈ, ਅਤੇ ਕੀ ਕਹਿ ਰਿਹਾ ਹੈ? ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਕਿ ਉਹ ਸਮੇਂ ਨੂੰ ਮਿੰਨਤਾਂ ਕਰਦੀ ਰਹਿ ਗਈ, ਪਰ ਸਮੇਂ ਨੇ ਉਸ ਦੀ ਇੱਕ ਵੀ ਗੱਲ ਨਾ ਮੰਨੀ। ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਤਰੀਕ ਹੁੰਦਾ ਖਿੱਚ ਪਾਉਣਾ, ਅਤੇ ਖਿਸਕਾਈ ਮਤਲਬ ਆਪਣੇ ਵੱਲ ਖਿਸਕਾਉਣਾ। ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਪੰਨੀ। ਕਿ ਮੈਂ ਸਮੇਂ ਨੂੰ ਖਿੱਚਦੀ ਰਹਿ ਗਈ, ਅਤੇ ਸਮੇਂ ਨੇ ਕੀ ਹੈ? ਸਮਾਂ ਖਿਸਕਾਈ ਗਿਆ, ਖਿਸਕਦਾ ਗਿਆ, ਅੱਗੇ ਅੱਗੇ ਜਾਂਦਾ ਗਿਆ। ਕਿਵੇਂ ਨਾ ਸਕੀ ਰੋਕ, ਕਿ ਮੈਂ ਉਸ ਨੂੰ ਕਿਵੇਂ ਨਾ ਰੋਕ ਸਕੀ। ਅਟਕ ਜੋ ਪਾਈ ਪੰਨੀ, ਕਿ ਮੈਂ ਉਸ ਨੂੰ ਜੋ ਵੀ ਅਟਕਾਂ ਪਾਈਆਂ ਪਰ ਉਹ ਰੁਕਿਆ ਨਹੀਂ। ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ, ਕਿ ਉਹ ਤਾਂ ਆਪਣੇ ਤ੍ਰਿਖੇ ਵੇਗ ਮਤਲਬ ਤੇਜ਼ੀ ਨਾਲ ਅੱਗੇ ਅੱਗੇ ਵੱਧਦਾ ਗਿਆ। ਗਿਆ ਟੱਪ ਬੰਨੇ ਬੰਨੀ, ਕਿ ਆਪਣੀਆਂ ਸੀਮਾਵਾਂ ਪਾਰ ਕਰਦਾ ਗਿਆ, ਅੱਗੇ ਦੀ ਅੱਗੇ ਜਾਂਦਾ ਗਿਆ। ਅੱਗੇ ਦੂਸਰਾ ਪੈਰਾ ਹੈ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੀਂਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਹੁਣ ਕਵੀ ਕੀ ਦੱਸ ਰਿਹਾ ਹੈ? ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਵਦਾ। ਉਸਨੇ ਕਿਹਾ ਹੈ ਕਿ ਇਸਤਰੀ ਰੂਪ ਨੂੰ ਸਮਝਾ ਰਿਹਾ ਹੈ ਕਿ
हो अजे संभल इस समय नूं, कि तू हजे भी इस समय नूं संभाल सकती है, कि तू ये तेरे हत्थों निकलदा जा रहा है। कर सफल उड़िंदा जावदा, कि ये तेरे हत्थों चों उड़दा जा रहा है। ये ठहरन जाचना जानदा, कि जो समय है ये ठहरना नहीं जानदा। लंघ गया ना मुड़ के आमदा, कि जे एक बार चला गया तो वापस नहीं आंदा। इस तरह इस कविता विच की है, भाई वीर सिंह ने समय बारे दसिया है। तो की दसिया है कि समा जो है वो किसी दे रोके ते नहीं रुकदा ते निरंतर चलदा ही रहिंदा है। इस विच सब तो पहले प्रश्न है, समा कविता तो सानू की सिक्ख्या मिलती है। समा कविता तो सानू सिक्ख्या मिलती है कि सानू समय की कदर करनी चाहिए है, सारे काम समय अनुसार करने चाहिए हैं, कि जेकर एक बार समा निकल जाए तो वह मुड़ के वापस नहीं आता। दूसरा है, समा कविता विच समय की संभाल संबंधी कवि की सुनेहा दे रहा है। कवि मतलब भाई वीर सिंह। भाई वीर सिंह जी समय की संभाल संबंधी अपनी कविता समा विच कहते हैं कि समा हमेशा चलता रहता है, वो कदे भी रुकदा नहीं, तो जे एक बार निकल जाए तो वापस नहीं आता। इसकी सही वरतों करनी चाहिए है। अगे तीसरा प्रश्न है, कविता समा दा केंद्री भाव लिखो। समा अपनी रफ्तार नाल हमेशा चलता रहता है, बीत्या होया समा कदे वापस नहीं आता। इसनूं लखां यतन करके भी रोकिया नहीं जा सकता। समय का सही इस्तेमाल करके समय नूं सांभिया जा सकता है। इस तो बाद हेठ लिखे काव्य सतरां जां तुकां दी व्याख्या करो, जो आपां उपर कर चुके हाँ। तो दूसरा पैरा भी इन्होंने व्याख्या करने वास्ते ही किया है, जो असी पिछे कर चुके हाँ। अगे पंजवां क्वेश्चन है, भाई वीर सिंह ने समय बारे की कहा है। की कहा है समय बारे? उही कहा है कि समय निरंतर चलता रहता है तो वापस नहीं आता। सानू अपने जीवन विच सफल होने लई की करना चाहिए है? की करना चाहिए है? समय का सद उपयोग करना चाहिए है। अगे सतवां प्रश्न है, कवि समय नूं रोकण लई की यतन करता है? की यतन करता है? उसदे रस्ते विच रुकावटां पांदा है, उसनूं अपने अल खिच्चण, उसदे तरले मिन्नते करता है, उसनूं रोकण दा यतन करता है, पर की है समा रुकदा नहीं है। इस तो बाद प्रश्न नंबर 8, समा कविता का संखेप सार अपने शब्दों में लिखो। तो इस तो बाद है, कवि ने समय का मानवीकरण किवें कीता है? कवि कहता है कि समा मेरे वास्तियां दी एक नहीं मनता। उसनूं रोकण लई कवि ने बड़े तरले मिन्नतां कीतियां, पर उस समय उस दियां गल्लां दी रत्ता भी परवाह नहीं की, ते अपने अनुसार चलता गया, तो कोई भी रोक उसनूं नहीं रोक सकी। इंज कवि ने उसका मानवीकरण किया है। इस तो बाद 21 नंबर वाले प्रश्न हैं, समय नूं कौन काबू विच नहीं रख सकता? घड़ी, मनुख, कुदरत, इन्हां विचों कोई नहीं। तो की उत्तर आएगा? मनुख। उस तो बाद है, समा कविता का लेखक कौन है? भाई वीर सिंह। पल्ला छुड़ा के कौन खिसक गया? समा। कवि किस दे रूप विच अपने विचार बयान कर रहा है? इस्त्री दे रूप विच। तरीक शब्द तो की भाव है? तरीक का मतलब है खिंचना। वेग शब्द का की अर्थ है? वेग हुंदा कि अपने प्रवाह विच चलना। उड़ींदा, उड़दा। जावदा, जांदा। आमदा, आउंदा। त्रिखे, तेज। समा कविता विच किस नूं रोकण की कोशिश की गई है? समय नूं। समा कविता विच किस दी संभाल करन लई कहा गया है? समय दी। कविता समा विच कौन पल्ला छुड़ा के खिसक गया? समा। अटक तो की भाव है? अटक तो की भाव है? अटक तो भाव है जेड़ा रुक ना सकदा होवे।
ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਕੀ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ? ਹਾਂ। ਸਮਾਂ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ? ਕੀ ਬਿਆਨ ਕੀਤਾ ਹੈ? ਚਲਾਈਮਾਨ, ਕਿ ਸਦਾ ਚੱਲਦਾ ਹੀ ਰਹਿੰਦਾ ਹੈ। ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ? ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ? ਸਮੇਂ ਨੂੰ। ਇਸ ਤੋਂ ਬਾਅਦ ਕੁਝ ਹੋਰ ਹਨ ਛੋਟੇ ਪ੍ਰਸ਼ਨ। ਆਧੁਨਿਕ ਕਵਿਤਾ ਦਾ ਮੋਢੀ ਕੌਣ ਹੈ? ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਦੀ ਕਿਹੜੀ ਕਾਵਿ ਪੁਸਤਕ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਦਿੱਤਾ ਗਿਆ? ਮੇਰੇ ਸਾਈਆਂ ਜੀਓ। ਸਮਾਂ ਕਵਿਤਾ ਦੀ ਰਚਨਾ ਕਿਸ ਨੇ ਕੀਤੀ? ਭਾਈ ਵੀਰ ਸਿੰਘ ਨੇ। ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਉਸਦੇ ਤਰਲੇ ਮਿੰਨਤੇ ਕਰਦਾ ਹੈ, ਉਸਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਮਾਂ ਨਹੀਂ ਰੁਕਦਾ। ਕਵਿਤਾ ਸਮਾਂ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ? ਸਮੇਂ ਨੂੰ। ਕਵਿਤਾ ਸਮਾਂ ਅਨੁਸਾਰ ਕੌਣ ਠਹਿਰਨ ਦੀ ਜਾਂਚ ਨਹੀਂ ਜਾਣਦਾ? ਸਮਾਂ। ਸਮੇਂ ਨੂੰ ਕਾਬੂ ਕਰਕੇ ਕੌਣ ਨਹੀਂ ਰੱਖ ਸਕਦਾ? ਮਨੁੱਖ। ਅਜੋਕੇ ਸਮੇਂ ਨੂੰ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਹੈ? ਕੋਈ ਸ਼ੁਭ ਕੰਮ ਕਰਕੇ ਜਾਂ ਸਮੇਂ ਦਾ ਸਦਉਪਯੋਗ ਕਰਕੇ। ਕੀ ਬੀਤਿਆ ਸਮਾਂ ਮੁੜ ਕੇ ਵਾਪਸ ਆਉਂਦਾ ਹੈ? ਨਹੀਂ। ਬੇਟਾ ਜੀ ਇਹ ਸੀ ਤੁਹਾਡਾ 9ਵੀਂ ਕਲਾਸ ਦਾ ਪਹਿਲਾ ਚੈਪਟਰ, ਪਹਿਲੀ ਕਵਿਤਾ ਸਮਾਂ, ਜੋ ਭਾਈ ਵੀਰ ਸਿੰਘ ਦੀ ਲਿਖੀ ਹੋਈ ਸੀ, ਜਿਸ ਵਿੱਚ ਉਹਨਾਂ ਨੇ ਇਸਤਰੀ ਰੂਪ ਵਿੱਚ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਮਾਂ ਨਹੀਂ ਰੁਕਦਾ। ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਹੈ ਅਤੇ ਇਸ ਦੇ ਪ੍ਰਸ਼ਨ ਉੱਤਰ ਯਾਦ ਕਰਨੇ ਹਨ। ਇਹਨਾਂ ਵਿੱਚੋਂ ਤੁਹਾਨੂੰ 1-1 ਨੰਬਰ ਵਾਲੇ ਪ੍ਰਸ਼ਨ ਅਤੇ 4-4 ਨੰਬਰ ਵਾਲੇ ਪ੍ਰਸ਼ਨ ਆਉਣਗੇ। ਧੰਨਵਾਦ।